और जो इतिहास आज हम लोगों से छुपाया जाता है, वो इतिहास इसलिए छुपाया जाता है क्योंकि इस देश की सबसे समझदार और ताकतवर जो एक कौम है वो सिख कौम है। ਤੇ ਉਸ ਭੈਣ ਨੇ ਬੇਨਤੀ ਕੀਤੀ, ਕਹਿੰਦੇ ਗਿਆਨੀ ਜੀ ਸਾਨੂੰ ਵੀ ਇਤਿਹਾਸ ਦੱਸੋ। जिन्होंने हमारे देश के लिए शहादतें दे दी, गुरु गोविंद सिंह जी जैसे महापुरुषों ने अपने बच्चों को नीहा में चिनवा दिया। ਉਹ ਆਪ ਆਪਣੀ ਗੱਲ ਵਿੱਚ ਕਹਿੰਦੇ ਨੇ ਵੀ ਮੈਂ ਨਾਸਤਿਕ ਸੀ ਤੇ ਕਦੇ ਮੈਂ ਕਿਸੇ ਧਰਮ ਦੇ ਵਿੱਚ ਬਹੁਤਾ ਭਰੋਸਾ ਨਹੀਂ ਸੀ ਰੱਖਦੀ, ਕਰਮ ਨੂੰ ਆਪਣਾ ਜਿਹੜਾ ਧਰਮ ਉਹ ਬਣਾਇਆ ਹੋਇਆ ਸੀ, ਪੜ੍ਹਾਈ ਕੀਤੀ, ਉਸ ਤੋਂ ਬਾਅਦ ਵਕਾਲਤ ਕਰ ਰਹੇ ਸੀ। जिस समय तंबाकू गुटखे जो अपना शराब थी वो सब बंद हो चुकी थी, तब कहीं ना कहीं सरकार को लगा कि कहीं ना कहीं जो है तुम्हारी राजनीति फीकी पड़ जाएगी, तुम राजनीति की मुद्दों में करोगे। तब उन्होंने प्रण लिया कि ब्लू स्टार ऑपरेशन, जिसकी मैं निंदा करती हूँ। मैं सरकार को चेतावनी देना चाहती हूँ कि जो ये घटिया हरकतें आप लोग सिख समाज को बार बार तड़पाकर सिख समाज के जो उनके जख्म है उनको कुरेद करते हो, आप लोगों को ईश्वर माफ नहीं करेगा। ਉਹਨਾਂ ਨੇ ਜਾ ਕੇ ਦਿੱਲੀ ਜਿਹੜਾ ਮੁਗਲ ਸਰਾਏ ਰੋਡ ਹੈ ਉੱਥੇ ਔਰੰਗਜ਼ੇਬ ਲੈਨ ਬਣੀ ਹੋਈ ਸੀ ਤੇ ਉਹਨੂੰ ਉਹਨਾਂ ਨੇ ਅਗਨ ਭੇਂਟ ਕਰਕੇ ਤੇ ਉੱਥੇ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੇਨ ਸਥਾਪਿਤ ਕੀਤੀ। इंटरनेशनल लेवल पर है। ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਮੈਂ 6 ਜੂਨ ਵਾਲੇ ਸਮਾਗਮ ਵਿੱਚ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਨਤਮਸਤਕ ਹੋਣਾ ਹੈ। ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਤਰਾਸਦੀ ਹੋਈ ਹੈ ਸਿੱਖ ਕੌਮ ਦੇ ਨਾਲ, ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਸਰਕਾਰੀ ਜਿਹੜਾ ਉਹ ਧੱਕਾ ਹੋਇਆ ਵੀ ਮੈਂ ਆਪਣੇ ਆਪ ਨੂੰ ਉਹਦੇ 'ਚ ਗੁਨੇਗਾਰ ਮੰਨਨੀ ਆ ਵੀ ਮੈਂ ਵੀ ਇਸ ਭਾਰਤ ਦੀ ਨਾਗਰਿਕ ਹਾਂ ਤੇ ਮੈਂ ਆਪਣੇ ਮਨ ਤੋਂ ਇਹ ਬੋਝ ਲਾਹਣਾ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਤੇਜਪਾਲ ਸਿੰਘ ਕੁਰੂਕਸ਼ੇਤਰਾ ਤੋਂ। ਪਿਛਲੇ ਲੰਮੇ ਸਮੇਂ ਤੋਂ ਮੈਂ ਗੁਰਮਤਿ ਪ੍ਰਚਾਰ ਪ੍ਰਸਾਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਰਦਾ ਆ ਰਿਹਾ। ਤੇ ਬੀਬੀ ਅਨੁਰਾਧਾ ਭਾਰਗਵ ਜੀ, ਜਿਨ੍ਹਾਂ ਦੀ ਵੀਡੀਓ ਅੱਜ ਕੱਲ੍ਹ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ, ਜੋ ਟਕਸਾਲ ਦੇ ਵਿੱਚ ਉਹਨਾਂ ਨੇ ਜਾ ਕੇ ਆਪਣੇ ਭਾਵਨਾਵਾਂ ਦਾ ਉੱਥੇ ਪ੍ਰਗਟਾਵਾ ਕੀਤਾ ਹੈ। ਤੇ 23 ਅਪ੍ਰੈਲ ਨੂੰ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ 400 ਸਾਲਾ ਜਿਹੜਾ ਮਨਾਉਣ ਦਾ ਉੱਥੇ ਮਿਥਿਆ ਸੀ, ਪ੍ਰੋਗਰਾਮ ਬਣਾਇਆ ਸੀ। ਤੇ ਉਸੇ ਦੌਰਾਨ ਮੇਰੇ ਕੋਲ ਫੋਨ ਆਇਆ ਸੀ ਕਿਸੇ ਸਿੱਖ ਸੱਜਣ ਦਾ ਕਿ ਤੁਸੀਂ ਇਹਨਾਂ ਨੂੰ ਮਦਦ ਕਰੋ ਕਿਉਂਕਿ ਸਿੱਖ ਇਤਿਹਾਸ ਤੋਂ ਬਹੁਤਾ ਜਾਣੂ ਨਹੀਂ ਹੈਗੇ। ਤੇ ਉਸ ਦੌਰਾਨ ਮੈਂ ਉਹਨਾਂ ਦੇ ਸੰਪਰਕ ਵਿੱਚ ਆਇਆ ਤੇ ਉਸ ਦੌਰਾਨ ਹੀ ਫਿਰ ਉਸ ਤੋਂ ਬਾਅਦ ਉਹ ਪ੍ਰੋਗਰਾਮ ਉੱਥੇ ਬੜੀ ਸਫਲਤਾਪੂਰਵਕ ਹੋਇਆ। ਉੱਥੇ ਬੜੀ ਸ਼ਲਾਘਾ ਹੋਈ ਸਾਰੇ ਇਲਾਕੇ ਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਤੇ ਉਹਦੇ ਨਾਲ ਨਾਲ ਹੀ ਜਿਹੜੀ ਕੁਛ ਆਪ ਜੀ ਨੂੰ ਪਤਾ ਵੀ ਜਦੋਂ ਵੀ ਕੋਈ ਵਿਚਾਰ, ਕੋਈ ਸੱਜਣ ਕੋਈ ਲੈ ਕੇ ਸਮਾਜ ਵਿੱਚ ਚੱਲਦਾ ਹੈ ਤੇ ਉਹਦੇ ਨਾਲ ਦੋਵੇਂ ਪੱਖ ਜਿਹੜੇ ਨੇ ਉਹ ਚੱਲ ਪੈਂਦੇ ਨੇ, ਨੈਗੇਟਿਵ ਤੇ ਪੋਜ਼ਿਟਿਵ, ਸਕਾਰਾਤਮਕ ਤੇ ਨਕਾਰਾਤਮਕ ਜਿਹੜੀਆਂ ਵਿਚਾਰਾਂ ਨੇ ਉਹ ਨਾਲ ਨਾਲ ਚੱਲ ਪੈਂਦੀਆਂ ਨੇ। ਸੋ ਉਹਨਾਂ ਨੂੰ ਇਹ ਸਵਾਲ ਪੁੱਛਣੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਸੀ ਵੀ ਤੁਹਾਡਾ ਮਕਸਦ ਕੀ ਹੈ, ਕਿ ਤੁਸੀਂ ਸਿੱਖੀ ਵਿੱਚ ਚਲੇ ਗਏ ਹੋ ਜਾਂ ਤੁਸੀਂ ਮਤਲਬ ਇਸ ਵਿਸ਼ੇ 'ਤੇ ਕੀ ਚਾਹੁੰਦੇ ਹੋ, ਤੁਸੀਂ ਇਸ ਵਿਸ਼ੇ 'ਤੇ ਕੀ ਚਾਹੁੰਦੇ ਹੋ। ਜਾਣ ਬੁੱਝ ਕੇ ਲੋਕ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਸੀ। ਤੇ ਉਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਸੀ, ਕਿਉਂਕਿ ਅੱਗੇ ਆਪ ਜੀ ਨੂੰ ਪਤਾ ਹੁਣ 6 ਜੂਨ ਦਾ ਜਿਹੜਾ ਤੀਜਾ ਘੱਲੂਘਾਰਾ ਉਹ ਸਮਾਂ ਆ ਰਿਹਾ ਸੀ। ਤੇ ਉਹਨਾਂ ਨੇ ਫਿਰ ਮੇਰੇ ਤੋਂ ਇਹ ਜਾਣਨਾ ਚਾਹਿਆ ਵੀ ਇਹਦੀ ਸੱਚਾਈ ਕੀ ਹੈ। ਤੇ ਉਸ ਸੱਚਾਈ ਨੂੰ ਜਦੋਂ ਮੈਂ ਉਹਨਾਂ ਦੇ ਸਾਹਮਣੇ ਫੈਕਟ ਦੇ ਨਾਲ ਜਿਹੜੇ ਮਹਾਂਪੁਰਖਾਂ ਦੇ ਲੈਕਚਰ YouTube 'ਤੇ ਪਏ ਹੋਏ ਨੇ ਜਾਂ ਜਿਹੜੀਆਂ ITR ਉਹਨਾਂ ਦੇ ਮਤਲਬ ਕਰੈਕਟਰ ਨੂੰ ਲੈ ਕੇ ਉਹਨਾਂ ਦੇ ਉਸ ਕੇਸ ਨੂੰ ਲੈ ਕੇ ਲੱਗੀਆਂ ਹੋਈਆਂ ਨੇ, ਜਿਹਦੇ 'ਚੋਂ ਕੋਈ ਵੀ FIR ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਨਹੀਂ ਹੈਗੀ ਜਾਂ ਕੋਈ ਦਸਤਾਵੇਜ਼ ਨਹੀਂ ਹੈਗਾ ਸੈਂਟਰ ਦੇ ਕੋਲ ਜਿਹਦੇ ਵਿੱਚ ਉਹਨਾਂ ਨੂੰ ਟੈਰਰਿਸਟ ਜਾਂ ਆਤੰਕਵਾਦੀ ਜਿਹੜਾ ਉਹ ਘੋਸ਼ਿਤ ਕੀਤਾ ਗਿਆ ਹੋਵੇ। ਸੋ ਇਹਨਾਂ ਗੱਲਾਂ ਨੂੰ ਸੁਣ ਕੇ ਉਹਨਾਂ ਨੂੰ ਬੜਾ ਇੱਕ ਨਾ ਸ਼ੌਕ ਲੱਗਾ, ਜਿੱਦਾਂ ਕਿਉਂਕਿ ਉਹ ਖੁਦ ਪੇਸ਼ੇ ਤੋਂ ਵਕੀਲ ਨੇ ਤੇ ਸਾਇੰਸ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ। ਤੇ ਉਹ ਕਹਿੰਦੇ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਮਾਜ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਤੇ ਮਹਾਂਪੁਰਖਾਂ ਦੇ ਜੀਵਨ ਬਾਰੇ ਜਦੋਂ ਉਹਨਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ KS ਬਰਾੜ ਨੇ ਕਿਤਾਬ ਲਿਖੀ ਹੋਈ ਹੈ ਆਪਰੇਸ਼ਨ ਬਲੂ ਸਟਾਰ ਦੇ ਉੱਤੇ, ਉਹਦੇ ਵਿੱਚੋਂ ਫੈਕਟ ਫਿਰ ਸਭ ਤੋਂ ਵੱਡਾ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ। ਕਿ ਅਨੰਦਪੁਰ ਸਾਹਿਬ ਦਾ ਮਤਾ ਇੱਕ ਐਸਾ ਦਸਤਾਵੇਜ਼ ਹੈ ਜਿਹੜਾ ਇਕੱਲੇ ਸਿੱਖਾਂ ਦੇ ਵਾਸਤੇ ਨਹੀਂ ਸੀ, ਸਮੁੱਚੇ ਪੰਜਾਬ ਦੇ ਵਾਸਤੇ ਸੀ, ਪੰਜਾਬ ਦੇ ਵਾਸੀਆਂ ਦੇ ਵਾਸਤੇ ਸੀ। ਤੇ ਉਹਦੇ ਨਾਲ ਨਾਲ
ਪੰਜਾਬ ਤੋਂ ਬਾਹਰਲੀਆਂ ਜਿਹੜੀਆਂ ਸਟੇਟਾਂ ਨੇ ਭਾਰਤ ਦੀਆਂ, ਉਹਨਾਂ ਦੀ ਵੀ ਖੁਸ਼ਹਾਲੀ ਦਾ ਜਿਹੜਾ ਮੈਂ ਕਹਿੰਦਾ ਵੀ ਰਾਜ ਹੈ ਜਾਂ ਦਰਵਾਜ਼ਾ ਹੈ, ਉਹ ਅਨੰਦਪੁਰ ਦੇ ਮਤੇ ਦੇ ਵਿੱਚੋਂ ਨਿਕਲਦਾ ਹੈ। ਉਹ ਕਿਸਾਨੀ ਮਤੇ ਦੀ ਵੀ ਗੱਲ ਹੋਈ ਹੈ ਉਹਦੇ ਵਿੱਚ, ਜਿਹੜਾ ਹੁਣ ਚੱਲ ਰਿਹਾ ਲੇਟੈਸਟ। ਵੇਖੋ ਉਹਦੇ ਵਿੱਚ ਉਹਦੇ ਵਿੱਚ ਜਿਹੜੀਆਂ ਸਾਡੀਆਂ ਅੱਜ ਬੁਨਿਆਦੀ ਸਮੱਸਿਆਵਾਂ ਨੇ, ਮੈਂ ਸਮਝਦਾ ਹਾਂ ਜਿਹਦੇ 'ਚ ਕਿਸਾਨੀ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ, ਕਿਉਂਕਿ ਜਿਹੜਾ ਸਾਡਾ ਇਹ ਉਦਯੋਗਿਕੀਕਰਨ ਹੋਇਆ ਜਾਂ ਪੂੰਜੀਵਾਦ ਨੇ ਜਿਸ ਪ੍ਰਕਾਰ ਕਿਸਾਨੀ ਨੂੰ ਆਪਣੇ ਚੰਗੁਲ ਦੇ ਵਿੱਚ ਲੈਣ ਦਾ ਯਤਨ ਕੀਤਾ ਹੋਇਆ ਹੈ, ਉਹਨੂੰ ਮਹਾਂਪੁਰਖਾਂ ਨੇ ਬੜੇ ਪਹਿਲਾਂ ਹੀ ਭਾਂਫ ਲਿਆ ਸੀ ਵੀ ਇਹ ਸਮਾਂ ਆਉਣ ਵਾਲਾ ਹੈ ਜਾਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਨੇ। ਤੇ ਉਸ ਦਰਦ ਨੂੰ ਲੈ ਕੇ ਉਹਨਾਂ ਨੇ ਉਹ ਅਨੰਦਪੁਰ ਸਾਹਿਬ ਦਾ ਮਤਾ ਬੜੇ ਸੂਝਵਾਨ ਸੱਜਣਾ ਨੇ ਉਸ ਸਮੇਂ ਜਿਹੜੇ ਹਨ ਉਹਨਾਂ ਨੇ ਬਣਾਇਆ ਸੀ, ਤੇ ਉਸ ਅਨੰਦਪੁਰ ਸਾਹਿਬ ਦੇ ਮਤੇ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਜਦੋਂ ਉਹ ਸ਼ਰਤਾਂ, ਕਿਉਂਕਿ ਦਸਤਾਵੇਜ਼ ਹੈ YouTube ਦੇ ਉੱਤੇ, ਨੈਸ਼ਨਲ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਪਤਾ ਮਿਲ ਜਾਂਦਾ, ਹਰ ਬੰਦਾ ਨੂੰ ਪੜ੍ਹ ਸਕਦਾ, ਲੇਕਿਨ ਕਿਉਂਕਿ ਬਹੁਤਿਆਂ ਦੇ ਵਿੱਚ ਰੁਚੀ ਨਹੀਂ ਹੁੰਦੀ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਵਿਸ਼ੇ ਦੇ ਪ੍ਰਤੀ ਤੁਹਾਡੀ ਰੁਚੀ ਹੋਣਾ। ਤੇ ਉਹ ਆਪ ਆਪਣੀ ਗੱਲ ਵਿੱਚ ਕਹਿੰਦੇ ਨੇ ਵੀ ਮੈਂ ਨਾਸਤਿਕ ਸੀ ਤੇ ਕਦੇ ਮੈਂ ਕਿਸੇ ਧਰਮ ਦੇ ਵਿੱਚ ਬਹੁਤਾ ਭਰੋਸਾ ਨਹੀਂ ਸੀ ਰੱਖਦੀ, ਕਰਮ ਨੂੰ ਆਪਣਾ ਜਿਹੜਾ ਧਰਮ ਉਹ ਬਣਾਇਆ ਹੋਇਆ ਸੀ, ਪੜ੍ਹਾਈ ਕੀਤੀ, ਉਸ ਤੋਂ ਬਾਅਦ ਵਕਾਲਤ ਕਰ ਰਹੇ ਸੀ। ਲੇਕਿਨ ਸਡਨਲੀ ਇੱਕ ਵਾਰ ਜਦੋਂ ਉਹਨਾਂ ਦੇ ਹੱਥ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੀਵਨੀ ਆਈ, ਜੋ ਹਿੰਦੀ ਦੇ ਵਿੱਚ ਕਿਸੇ ਵੱਲੋਂ ਪ੍ਰਕਾਸ਼ਿਤ ਕੀਤੀ ਹੋਈ ਸੀ, ਤੇ ਉਸ ਹਿੰਦੀ ਦੇ ਵਿੱਚ ਲਿਖੀ ਹੋਈ ਉਸ ਛੋਟੀ ਜਿਹੀ ਬੁੱਕ ਨੂੰ ਪੜ੍ਹ ਕੇ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇੱਕ ਮਤਲਬ ਕਿ ਟੀਸ ਪੈਦਾ ਹੋਈ ਵੀ ਗੁਰੂ ਸਾਹਿਬ ਜੀ ਨੇ ਸਾਡੇ ਧਰਮ ਦੇ ਵਾਸਤੇ ਜਾਂ ਇਸ ਖੰਡ ਦੇ ਵਾਸਤੇ, ਭਾਰਤ ਵਾਸਤੇ ਏਡੀ ਵੱਡੀ ਸ਼ਹਾਦਤ ਕੀਤੀ ਹੋਈ ਹੈ, ਪਰ ਉਹਨਾਂ ਨੂੰ ਬਣਦਾ ਜਿਹੜਾ ਰਿਗਾਰਡ ਹੈ ਉਹ ਅਸੀਂ ਨਹੀਂ ਦੇ ਪਾਏ। ਉਹ ਆਪਣੇ ਆਪ ਨੂੰ ਇਸ ਗੱਲ ਦਾ ਜ਼ਿੰਮੇਵਾਰ ਸਮਝਦੇ, ਆਪਣੀ ਕਮਿਊਨਿਟੀ ਨੂੰ ਇਸ ਦਾ ਜ਼ਿੰਮੇਵਾਰ ਸਮਝਦੇ, ਤੇ ਉਸੇ ਨੂੰ ਮੁੱਖ ਰੱਖ ਕੇ ਉਹਨਾਂ ਨੇ 9 ਜਨਵਰੀ ਨੂੰ, ਉਸ ਸਮੇਂ ਮੇਰੀ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਸੀ ਹੈਗੀ ਕਿਉਂਕਿ ਮੈਂ 23 ਅਪ੍ਰੈਲ ਦੇ ਲਾਗੇ ਉਹਨਾਂ ਦੇ ਸੰਪਰਕ ਵਿੱਚ ਆਇਆ। 2020 ਦੀ ਗੱਲ ਹੈ ਜਾਂ 2021 9 ਜਨਵਰੀ ਨੂੰ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਜਿਹੜੇ ਉਹਨਾਂ ਦੇ ਨੌਨ ਸੀ, ਉਹਨਾਂ ਨੇ ਜਾ ਕੇ ਦਿੱਲੀ ਜਿਹੜਾ ਮੁਗਲ ਸਰਾਏ ਰੋਡ ਹੈ ਉੱਥੇ ਔਰੰਗਜ਼ੇਬ ਲੇਨ ਬਣੀ ਹੋਈ ਸੀ, ਤੇ ਉਹਨੂੰ ਉਹਨਾਂ ਨੇ ਅਗਨ ਭੇਂਟ ਕਰਕੇ ਤੇ ਉੱਥੇ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੇਨ ਸਥਾਪਿਤ ਕੀਤੀ, ਤੇ ਉਹ ਸਾਰੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਤੇ ਉਸ ਤੋਂ ਬਾਅਦ ਫਿਰ ਦਿੱਲੀ ਗਵਰਨਮੈਂਟ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਇਹਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੇਨ ਜਿਹੜੀ ਹੈ ਉਹ ਸਥਾਪਿਤ ਕਰਾਂਗੇ, ਤੇ ਉਹਦੇ ਨਾਲ ਨਾਲ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਅਸੀਂ ਹੋਰ ਵੀ 4 ਜਿਹੜੇ ਮੈਮੋਰੀਅਲ ਨੇ ਵੱਖ-ਵੱਖ ਥਾਵਾਂ ਤੇ ਤੁਸੀਂ ਸਾਨੂੰ ਸੁਜੈਸ਼ਨ ਦਿਓ, ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਦਿੱਲੀ ਵਿੱਚ ਬਣਾਵਾਂਗੇ। ਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜਾ ਇੱਕ ਚੈਪਟਰ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੀਵਨੀ ਦੇ ਉੱਤੇ ਜਿਹੜਾ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਏਗਾ ਅਗਲੇ ਸਮੈਸਟਰ ਤੋਂ। ਇਸ ਤਰ੍ਹਾਂ ਦੇ ਕੁਝ ਉਹਨਾਂ ਨੇ ਭਰੋਸਾ ਜਿਹੜਾ ਸਰਕਾਰੀ ਤੌਰ ਤੇ ਉਹਨਾਂ ਦੇ ਕੋਲ ਰਿਸੀਵਿੰਗ ਹੈ ਉਹਦੀ, ਤੇ ਉਹ ਗਵਰਨਮੈਂਟ ਨੇ ਉਹਨਾਂ ਨੂੰ ਭਰੋਸਾ ਦਿੱਤਾ। ਹਾਂਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਬ੍ਰਿਗੇਡ ਉਹਨਾਂ ਨੇ ਬਣਾਇਆ ਜੀ, ਉਹਦੇ ਵਿੱਚ ਤੁਹਾਡੀ ਕੀ ਭੂਮਿਕਾ ਰਹੀ ਹੈ? ਪਹਿਲੇ ਉਹਨਾਂ ਨੇ ਬਣਾਇਆ ਸੀ, ਤੁਸੀਂ ਬਾਅਦ 'ਚ ਸੰਪਰਕ 'ਚ ਆਏ ਉਹਨਾਂ ਦੇ, ਜਾਂ ਫਿਰ ਤੁਹਾਡਾ ਜਿਹੜਾ ਰੋਲ ਹੈ ਮਤਲਬ ਬ੍ਰਿਗੇਡ ਦੇ ਵਿੱਚ ਕੀ ਹੈ? ਜਾਂ ਅਨੀਤਾ ਜੀ ਦੇ ਜਿਹੜੇ ਹੁਣ ਤੱਕ ਦੀ ਜਿਹੜੀ ਹੈ ਜੀਵਨੀ ਹੈ, ਖਾਸ ਕਰਕੇ ਕਹਾਂ ਸਿੱਖ ਧਰਮ ਤੋਂ ਪ੍ਰਭਾਵਿਤ ਜਿਹੜੇ ਹੋਏ ਨੇ, ਉਹਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਹੱਥ ਰਿਹਾ? ਦੇਖੋ, ਪ੍ਰਭਾਵਿਤ ਤੇ ਉਹ ਬਹੁਤ ਪਹਿਲਾਂ ਹੀ ਹੋ ਗਏ ਸੀ। ਜਦੋਂ ਮੈਂ ਆਪ ਜੀ ਨੂੰ ਦੱਸਿਆ ਵੀ ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਇੱਕ ਹਿੰਦੀ ਪੁਸਤਕ ਜਿਹੜੀ ਉਹ ਪ੍ਰਾਪਤ ਹੋਈ, ਉਸ ਸਮੇਂ ਹੀ ਹੋ ਗਏ ਸੀ, ਕਿਉਂਕਿ ਸਿੱਖ ਧਰਮ ਦੀ ਜਿਹੜੀ ਤੁਹਾਡੇ ਤੋਂ ਮਿਲਣ ਤੋਂ ਪਹਿਲੇ ਦੀ ਗੱਲ ਹੈ ਜੀ। ਲੇਕਿਨ ਜਿਹੜੀ ਸਿੱਖ ਧਰਮ ਦਾ ਜਿਹੜਾ ਇਤਿਹਾਸ ਹੈ, ਹਰ ਇੱਕ ਪੰਨਾ ਸ਼ਹਾਦਤ ਨਾਲ ਭਰਿਆ ਹੋਇਆ, ਸ਼ਹੀਦਾਂ ਦੇ ਲਹੂ ਨਾਲ ਭਿੱਜਾ ਹੋਇਆ, ਤੇ ਕੋਈ ਵੀ ਮੈਂ ਸਮਝਦਾ ਵੀ ਜਿਹੜਾ ਇੱਕ ਸਧਾਰਨ ਜਿਹਾ ਆਪਣਾ ਮਨ ਰੱਖਣ ਵਾਲਾ ਮਨੁੱਖ ਹੈ ਉਹ ਬਿਨਾਂ ਪ੍ਰਭਾਵਿਤ ਹੋਏ ਨਹੀਂ ਰਹਿ ਸਕਦਾ। ਜਦੋਂ ਉਹਨਾਂ ਨੂੰ ਅਸੀਂ ਦੱਸਦੇ ਹਾਂ ਵੀ 83% ਜਿਹੜੀਆਂ ਸ਼ਹਾਦਤਾਂ ਨੇ ਉਹ ਸਿੱਖ ਕੌਮ ਨੇ ਦਿੱਤੀਆਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ, ਤੇ ਵੱਡਾ ਤਸ਼ੱਦਦ ਚੱਲਿਆ 74 ਦੇ ਵਿੱਚ ਵੀ, ਤੇ ਉਸ ਤੋਂ ਬਾਅਦ 84 ਦਾ ਜਿਹੜਾ ਘੱਲੂਘਾਰਾ ਹੋਇਆ, ਕਿਉਂਕਿ ਸਰਕਾਰੀ ਮੀਡੀਆ ਨੇ, ਸਰਕਾਰੀ ਤੰਤਰ ਨੇ ਉਹਨੂੰ ਹੋਰ ਤਰੀਕੇ ਨਾਲ ਪ੍ਰਯੋਜਿਤ ਕੀਤਾ ਹੋਇਆ ਸੀ। ਆਮ ਜਨ ਦੇ ਕੋਲ ਉਸ ਤੀਜੇ ਘੱਲੂਘਾਰੇ ਨੂੰ ਮਤਲਬ ਇੱਕ ਆਤੰਕਵਾਦ ਦਾ ਨਾਮ ਦੇ ਕਰਕੇ ਤੇ ਇੱਕ ਮਤਲਬ ਸਰਕਾਰੀ ਤੰਤਰ ਦੇ ਵੱਲੋਂ ਸਿੰਘਾਂ ਨੂੰ ਆਤੰਕਵਾਦੀ ਦੇ ਮਤਲਬ ਨੇਸ਼ਨ ਦੇ ਵਿਰੁੱਧ ਖੜੇ ਹੋਣ ਵਾਲੇ ਕਹਿ ਕੇ ਉਹਨਾਂ ਨੂੰ ਪ੍ਰਚਾਰਿਆ ਜਾ ਰਿਹਾ ਸੀ। ਪਰ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ, ਹੁਣ ਹਰ ਬੰਦਾ ਸਿਆਣਾ ਹੋ ਚੁੱਕਾ, ਹਰ ਚੀਜ਼ ਨੈੱਟ ਦੇ ਉੱਤੇ ਅਵੇਲੇਬਲ ਹੈ, ਤੇ ਸੋਸ਼ਲ ਮੀਡੀਆ ਕਰਕੇ ਸੱਚਾਈ ਉਹਨਾਂ ਦੇ ਸਾਹਮਣੇ ਆਈ, ਤੇ ਜਦੋਂ ਜਿਵੇਂ ਉਹ ਪੁੱਛਦੇ ਗਏ ਉਵੇਂ ਮੈਂ ਉਹਨਾਂ ਨੂੰ ਦੱਸਦਾ ਗਿਆ, ਤੇ ਜਿਹੜੀ ਸੱਚਾਈ ਉਹਨਾਂ ਦੇ ਸਾਹਮਣੇ ਹੈ, ਤੇ ਉਸ ਤੋਂ ਪ੍ਰਭਾਵਿਤ ਹੋ ਕੇ ਫਿਰ ਉਹ ਕਹਿਣ ਲੱਗੇ ਵੀ ਮੈਂ ਸੰਤ ਮਹਾਂਪੁਰਖਾਂ ਦਾ ਜਨਮ ਸਥਾਨ ਰੋਡੇ ਪਿੰਡ ਉੱਥੇ ਜਾਣਾ ਚਾਹੁੰਦੀ ਹਾਂ। ਤੇ ਮੈਂ ਕਿਹਾ ਵੀ ਚਲੋ ਜ਼ਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ। 2 ਜੂਨ ਨੂੰ ਫਿਰ ਅੱਗੇ ਉਹਨਾਂ ਦਾ ਜਨਮ ਦਿਨ ਆ ਰਿਹਾ ਸੀ ਮਹਾਂਪੁਰਖਾਂ ਦਾ, ਲੇਕਿਨ ਉੱਥੇ ਅਸੀਂ ਨਹੀਂ ਜਾ ਪਾਏ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਮੈਂ 6 ਜੂਨ ਵਾਲੇ ਸਮਾਗਮ ਵਿੱਚ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਨਤਮਸਤਕ ਹੋਣਾ ਹੈ, ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਤਰਾਸਦੀ ਹੋਈ ਹੈ ਸਿੱਖ ਕੌਮ ਦੇ ਨਾਲ, ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਸਰਕਾਰੀ ਜਿਹੜਾ ਉਹ ਧੱਕਾ ਹੋਇਆ, ਵੀ ਮੈਂ ਆਪਣੇ ਆਪ ਨੂੰ ਉਹਦੇ 'ਚ ਗੁਨੇਗਾਰ ਮੰਨਨੀ ਹਾਂ, ਵੀ ਮੈਂ ਵੀ ਇਸ ਭਾਰਤ ਦੀ ਨਾਗਰਿਕ ਹਾਂ,
ਤੇ ਮੈਂ ਆਪਣੇ ਮਨ ਤੋਂ ਇਹ ਬੋਝ ਲਾਹਣਾ ਚਾਹੁੰਦੀ ਹਾਂ। ਇਸ ਕਰਕੇ ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਏ। ਪਹਿਲਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਹੋਏ, ਅਰਦਾਸ ਵਿੱਚ ਸ਼ਾਮਲ ਹੋਏ। ਇੱਥੋਂ ਫਿਰ ਅਸੀਂ ਉਹਨਾਂ ਨੂੰ ਟਕਸਾਲ ਲੈ ਕੇ ਗਏ ਅਤੇ ਉੱਥੇ ਫਿਰ ਮਹਾਂਪੁਰਖਾਂ ਨੇ ਸੰਤ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਨੇ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਅਤੇ ਜੋ ਉਹਨਾਂ ਦੀਆਂ ਭਾਵਨਾਵਾਂ ਸੀ, ਜੋ ਉਹਨਾਂ ਦੇ ਮਨ ਵਿੱਚ ਉਸ ਸਮੇਂ ਆਇਆ, ਜੋ ਉਹਨਾਂ ਨੇ ਮਹਿਸੂਸ ਕੀਤਾ, ਉਹ ਉਹਨਾਂ ਨੇ ਉੱਥੇ ਬੋਲਿਆ ਅਤੇ ਉਹ ਅੱਜ ਨੈੱਟ ਦੇ ਉੱਤੇ ਵਾਇਰਲ ਹੈ। ਹਰ ਕੋਈ ਉਸ ਨਾਲ ਜਾਣੂ ਹੋ ਰਿਹਾ ਹੈ। ਤੁਹਾਡਾ ਆਪਣਾ ਜੀਵਨ ਜੀ, ਤੁਹਾਡਾ ਉਹਦੇ ਬਾਰੇ ਥੋੜ੍ਹਾ ਦੱਸੋ। ਕਿਸ ਤਰ੍ਹਾਂ ਤੁਸੀਂ ਤਾਲੀਮ ਹਾਸਲ ਕੀਤੀ, ਕਿਸ ਤਰ੍ਹਾਂ ਕੁਰੂਕਸ਼ੇਤਰ ਨਾਲ ਕਿਸ ਤਰ੍ਹਾਂ ਉੱਥੇ ਜੰਮੇ ਪਲੇ, ਜਾਂ ਕਿਸ ਤਰ੍ਹਾਂ ਪਹੁੰਚੇ? ਸਾਡੇ ਵਡੇਰੇ ਜਿਹੜੇ ਨੇ ਜੀ ਪਾਕਿਸਤਾਨ ਤੋਂ ਆਏ। ਕੁਰੂਕਸ਼ੇਤਰ ਡਿਸਟ੍ਰਿਕਟ ਦੇ ਵਿੱਚ ਸਾਡਾ ਪਿੰਡ ਮੀਰਾਂਪੁਰ ਹੈ, ਅੰਬਾਲਾ ਭੇਵਾ ਰੋਡ ਦੇ ਉੱਤੇ। ਅਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਤਾਲੀਮ ਹੈ 2005 ਦੇ ਵਿੱਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਇੱਥੇ ਹੀ ਆਪਣੀ ਤਾਲੀਮ ਹਾਸਲ ਕੀਤੀ ਹੈ। ਗੁਰਮਤਿ ਦੀ ਵਿੱਦਿਆ ਇੱਥੋਂ ਹੀ ਲਈ ਹੈ। ਉਸ ਤੋਂ ਬਾਅਦ 4 ਸਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਡਿਊਟੀ ਕੀਤੀ। 2 ਸਾਲ ਲੁਧਿਆਣਾ ਦੂਖਨਿਵਾਰਨ ਸਾਹਿਬ ਜੋਬ ਕੀਤੀ, ਕਥਾ ਦੀ ਸੇਵਾ ਨਿਭਾਈ। ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸੰਗਤਾਂ ਨੇ ਮੌਕਾ ਦਿੱਤਾ ਮੈਂ ਹਾਜ਼ਰੀ ਭਰਦਾ ਰਹਿਣਾ। ਅੱਜ ਵੀ ਤੁਸੀਂ ਨਿਭਾਈ ਹੈ ਮੰਜੀ ਸਾਹਿਬ? ਹਾਂਜੀ, ਅੱਜ ਸਵੇਰ ਦੀ ਮੇਰੀ ਜਿਹੜੀ ਲਾਈਵ ਕਥਾ ਹੁੰਦੀ ਹੈ ਮੰਜੀ ਸਾਹਿਬ ਦੀਵਾਨ ਹਾਲ ਤੋਂ, ਉੱਥੇ ਮੇਰੀ ਅੱਜ ਸ਼ਬਦ ਦੀ ਹਾਜ਼ਰੀ ਸੀ। ਸੋ ਮੈਂ ਉਸ ਹਾਜ਼ਰੀ ਕਰਕੇ ਹੀ ਇੱਥੇ ਆਇਆ ਹੋਇਆ ਸੀ। ਅੱਛਾ, ਇੱਕ ਤੁਸੀਂ ਗਿਆਨੀ ਜੀ ਕੀ ਸਮਝਦੇ ਨਹੀਂ, ਜਿਸ ਤਰ੍ਹਾਂ ਕਿ ਸਿੱਖ ਇਤਿਹਾਸ ਨੂੰ, ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਨੂੰ ਜੇ ਆਪਾਂ ਦੇਖੀਏ ਤਾਂ ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ ਕਿਹਾ ਜਾਂਦਾ ਹੈ, ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ, ਕਿਤੇ ਨਾ ਕਿਤੇ ਸੰਸਥਾਵਾਂ ਵੱਲੋਂ, ਔਰ ਬਹੁਤਾ ਜੇ ਕਹੀਏ ਸਾਡੇ ਆਪਣੇ ਸਿੱਖ ਧਰਮ ਦੇ ਆਗੂਆਂ ਵੱਲੋਂ ਜਿਹੜਾ ਉਹਦਾ ਪ੍ਰਚਾਰ ਹੈ ਸਹੀ ਤਰੀਕੇ ਨਾਲ ਉਹ ਨਹੀਂ ਹੋ ਸਕਿਆ, ਜਿਹਦੇ ਨਾਲ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਸੀ, ਜਿਹਦੇ ਵਿੱਚ ਕਿ ਹਰ ਇੱਕ ਬੰਦੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪੁਰਬ ਹੈ ਉਹ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਸੀ, ਉਹ ਕਿਤੇ ਨਾ ਕਿਤੇ ਉਹਦੇ ਵਿੱਚ ਘਾਟ ਹੈ ਸਾਡੇ 'ਚ। ਦੇਖੋ, ਮੈਂ ਆਪ ਜੀ ਦੀ ਗੱਲ ਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸ ਦਿੰਦਾ ਕਿਉਂਕਿ ਹੋਰ ਕਲੀਅਰ ਹੋ ਜਾਏਗੀ। ਜਿਸ ਦਿਨ ਅਸੀਂ 5 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਆਏ ਹਾਂ ਸ਼ਾਮ ਨੂੰ, ਅਤੇ ਅਨੁਰਾਧਾ ਜੀ ਮੇਰੇ ਨਾਲ ਸੀ, ਹੋਰ ਵੀ ਸੰਗਤ ਨਾਲ ਸੀ, ਅਤੇ ਮੈਂ ਉਹਨਾਂ ਨੂੰ ਦਿਖਾਉਂਦਾ ਆ ਰਿਹਾ ਸੀ ਪਰਿਕਰਮਾ ਦੇ ਵਿੱਚ ਵੀ ਇਹ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਇਹਨਾਂ ਨੇ ਕਿਵੇਂ ਸ਼ਹਾਦਤ ਪ੍ਰਾਪਤ ਕੀਤੀ। ਅੱਗੇ ਆ ਕੇ ਭਾਈ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਦਾ ਸਥਾਨ ਹੈ, ਉਹਨਾਂ ਨੇ ਕਿਵੇਂ ਸ਼ਹਾਦਤ ਪ੍ਰਾਪਤ ਕੀਤੀ। ਫਿਰ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਅਤੇ ਸਮੂਹ ਉਸ ਸਮੇਂ ਦੇ ਸ਼ਹੀਦਾਂ ਦਾ ਸਥਾਨ ਹੈ, ਉਹਨਾਂ ਨੇ ਕਿਵੇਂ ਸ਼ਹਾਦਤ ਪ੍ਰਾਪਤ ਕੀਤੀ। ਅਤੇ ਇਹ ਸਾਰਾ ਇਤਿਹਾਸ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਕੀ ਇਤਿਹਾਸ ਹੈ। ਲੇਕਿਨ ਉਸ ਸਮੇਂ ਉਹ ਵੀ ਬੜੇ ਹੈਰਾਨ ਹੋਏ ਅਤੇ ਹੈਰਾਨਗੀ ਮੇਰੇ ਵਾਸਤੇ ਵੀ ਬਹੁਤ ਵੱਡੀ ਸੀ ਕਿਉਂਕਿ ਸਾਡੇ ਬਾਬਾ ਬਕਾਲਾ ਸਾਹਿਬ ਤੋਂ ਇੱਕ ਪਰਿਵਾਰ ਆਇਆ ਹੋਇਆ ਸੀ, ਉਹਨਾਂ ਦੇ ਨਾਲ ਇੱਕ ਗੁਰਮੁਖ ਪਿਆਰੇ ਸੀ, 2 ਬੀਬੀਆਂ ਸੀ। ਅਤੇ ਉਸ ਭੈਣ ਨੇ ਬੇਨਤੀ ਕੀਤੀ, ਕਹਿੰਦੇ ਗਿਆਨੀ ਜੀ ਸਾਨੂੰ ਵੀ ਇਤਿਹਾਸ ਦੱਸੋ। ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ 6 ਜੂਨ ਦਾ ਇਤਿਹਾਸ ਅਸੀਂ ਵੀ ਚੰਗੀ ਤਰ੍ਹਾਂ ਨਹੀਂ ਜਾਣ ਪਾਏ। ਅਤੇ ਮਤਲਬ ਉਹ ਅਨੁਰਾਧਾ ਜੀ ਉਸ ਸਮੇਂ ਮੇਰੇ ਮੂੰਹ ਵੱਲ ਦੇਖ ਰਹੇ ਸੀ ਵੀ ਦੇਖੋ ਇੱਕ ਸਿੱਖ ਸਮਾਜ ਦੇ ਵਿੱਚ ਵੀ ਜਾਣਕਾਰੀ ਦੀ, ਇਤਿਹਾਸ ਦੀ ਕਿੱਡੀ ਵੱਡੀ ਘਾਟ ਹੈ। ਚਾਹੇ ਅੱਜ ਅਸੀਂ ਸਾਰਾ ਦਿਨ ਸਾਡਾ ਲਾਈਵ ਕਿਸੇ ਨਾ ਕਿਸੇ ਚੈਨਲ 'ਤੇ ਚੱਲਦਾ ਰਹਿੰਦਾ, ਗੁਰਮਤਿ ਦਾ ਪ੍ਰਚਾਰ ਅਸੀਂ ਕਹਿੰਦੇ ਹਾਂ ਵੀ ਅਸੀਂ ਬਹੁਤ ਹੋ ਰਿਹਾ, ਲੇਕਿਨ ਗਰਾਊਂਡ ਲੈਵਲ 'ਤੇ ਜੇ ਅਸੀਂ ਗੱਲ ਕਰੀਏ, ਡੋਰ ਟੂ ਡੋਰ ਜਾ ਕੇ ਜਾਂ ਛੋਟੇ ਲੈਵਲ 'ਤੇ ਪਿੰਡ ਪੱਧਰ 'ਤੇ ਅਸੀਂ ਜਿਹੜਾ ਆਪਣਾ ਪ੍ਰਚਾਰ ਜਿਹੜਾ ਮੈਂ ਸਮਝਦਾ ਵੀ ਅਸੀਂ ਉਹ ਨਹੀਂ ਕਰ ਪਾ ਰਹੇ। ਕੁਛ ਸੰਸਥਾਵਾਂ ਵੱਲੋਂ, ਮਹਾਂਪੁਰਖਾਂ ਸੰਤਾਂ ਵੱਲੋਂ ਕੁਛ ਇਹਦਾ ਪ੍ਰਚਾਰ ਕੀਤਾ, ਜਿਹੜਾ ਭਾਈ ਗੁਰੂ ਇਕਬਾਲ ਸਿੰਘ ਜੀ ਨੇ ਕੋਈ ਨਾ ਕੋਈ ਇਹੋ ਜਿਹੀ ਖੇਡ ਰਚਾ ਕੇ ਰੱਖਦੇ ਨੇ ਜਿਸ ਨਾਲ ਕਿ ਛੋਟੇ ਬੱਚੇ ਜੁੜਨ, ਇਨਾਮ ਰੱਖੇ ਜਾਣ। ਇਸ ਤਰ੍ਹਾਂ ਦੇ ਕਈ ਉਪਰਾਲੇ ਇੱਕ ਬੰਦੇ ਦੇ ਕੰਮ ਨਹੀਂ ਹੈ, ਬਹੁਤ ਬੰਦਿਆਂ ਨੂੰ, ਬਹੁਤ ਸਾਰੇ ਬੰਦਿਆਂ ਨੂੰ, ਸੰਸਥਾਵਾਂ ਨੂੰ ਇਹੋ ਜਿਹੇ ਕੰਮ ਕਰਨੇ ਪੈਣਗੇ, ਫਿਰ ਸ਼ਾਇਦ ਕਿਤੇ ਜਾ ਕੇ ਜਿਹੜਾ ਅਗਲੀ ਪਨੀਰੀ ਨੂੰ ਹੈ ਉਹ ਸਿੱਖ ਇਤਿਹਾਸ ਨਾਲ ਜਾਣੂ ਹੋ ਸਕੇ। ਕਿਉਂਕਿ ਇਸ ਵੇਲੇ ਤੇ ਜਿਹੜਾ ਸਿੱਖੀ ਦਾ ਜਿਹੜਾ ਜੀ ਉਹ ਘਾਣ ਹੋਈ ਜਾ ਰਿਹਾ ਹੈ ਨਾ, ਤੇ ਲੋਕਾਂ ਨੂੰ ਇੰਨੀ ਸਿੱਖੀ ਦੇ ਬਾਰੇ ਪਤਾ ਨਹੀਂ ਹੈ ਵੀ ਕੀ ਹੈ। ਜੇ ਉਹਦੀ ਮਹਾਨਤਾ ਪਤਾ ਲੱਗੇ ਤੇ ਜਿਹੜੇ ਗੈਰ ਸਿੱਖ ਵੀ ਨੇ, ਉਹ ਜਿਸ ਤਰ੍ਹਾਂ ਵਿੱਕੀ ਥੋਮਸ ਹੈ, ਜਿਸ ਤਰ੍ਹਾਂ ਕਿ ਫੇਸਬੁੱਕ ਤੇ ਉਹ ਕ੍ਰਿਸਚਨ ਤੋਂ ਜਿਹੜੇ ਆ ਪ੍ਰਭਾਵਿਤ ਹੋ ਕੇ ਸਿੱਖ ਧਰਮ ਤੋਂ, ਤੇ ਉਹ ਸਿੱਖ ਧਰਮ ਅਪਣਾਇਆ ਉਹਨਾਂ ਨੇ। ਲੇਕਿਨ ਆਪਣੇ ਸਿੱਖ ਧਰਮ 'ਚ ਹੀ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਿੱਖ ਧਰਮ ਦੀ ਇੰਪੋਰਟੈਂਸ ਦਾ ਜਿਹੜਾ ਉਹ ਨਹੀਂ ਪਤਾ ਚੱਲ ਪਾ ਰਿਹਾ। ਇਹਦੇ ਬਾਰੇ ਉਹਨਾਂ ਦੇ ਮਾਪਿਓ ਨੂੰ, ਸਿੱਖ ਸਮਾਜ ਨੂੰ, ਸੰਸਥਾਵਾਂ ਨੂੰ ਇੱਕ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਕਿਤੇ ਨਾ ਕਿਤੇ ਅਸੀਂ ਖੁਦ ਜ਼ਿੰਮੇਦਾਰ ਹਾਂ, ਮਾਤਾ ਪਿਤਾ ਜ਼ਿੰਮੇਦਾਰ ਨੇ। ਸਿਰਫ ਅਸੀਂ ਸੰਸਥਾਵਾਂ ਦੇ ਉੱਤੇ ਡਿਪੈਂਡ ਹੋ ਕੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦੇ। ਸੰਸਥਾਵਾਂ ਦੇ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਸੰਸਥਾਵਾਂ ਆਪਣੇ ਲੈਵਲ 'ਤੇ ਪ੍ਰਚਾਰ ਕਰ ਰਹੀਆਂ ਨੇ ਜਿਹਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ, ਬਹੁਤ ਵੱਡੇ ਸੁਧਾਰ ਹੋਣੇ ਚਾਹੀਦੇ ਨੇ, ਹੋਰ ਵੀ ਸੁਧਾਰ ਹੋਣਾ ਚਾਹੀਦਾ ਹੈ। ਲੇਕਿਨ ਅਗਰ ਜਿਹੜੀ ਮਾਤਾ ਪਿਤਾ ਦੀ ਇੱਕ ਸ਼ਮੂਲੀਅਤ ਹੈ ਇਹਦੇ ਵਿੱਚ, ਜਾਂ ਇੱਕ ਪਰਿਵਾਰ ਪੱਧਰ 'ਤੇ ਜਿਹੜੀ ਸ਼ਮੂਲੀਅਤ ਸਾਡੇ ਵੱਡਿਆਂ ਦੀ ਹੋਣੀ ਚਾਹੀਦੀ ਹੈ, ਉਹਦੀ ਕਿਤੇ ਨਾ ਕਿਤੇ ਹੋਰ ਵੀ ਜ਼ਿਆਦਾ ਘਾਟ ਹੈ। ਸੋ ਕਿਉਂਕਿ ਅਸੀਂ ਹਰ ਚੀਜ਼ ਸੰਸਥਾਵਾਂ ਦੇ ਉੱਤੇ ਰੱਖ ਦਿੰਦੇ ਹਾਂ ਵੀ ਸੰਸਥਾਵਾਂ ਦਾ ਕੰਮ ਹੈ, ਜਾਂ ਗੁਰੂ ਘਰ ਦੇ ਵਜ਼ੀਰ ਦਾ ਕੰਮ ਹੈ, ਜਾਂ ਗੁਰੂ ਘਰ ਦੇ ਪ੍ਰਚਾਰਕ ਦਾ ਕੰਮ ਹੈ, ਵੀ ਅਸੀਂ ਉਹਨਾਂ ਦੇ ਉੱਤੇ ਸੱਟ ਕੇ ਤੇ ਆਪਣੇ ਆਪ ਨੂੰ ਅਸੀਂ ਸੇਵ ਕਰ ਲੈਂਦੇ ਹਾਂ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਜਦੋਂ ਕਿ ਸਿੱਖੀਜ਼ਮ ਦਾ ਪ੍ਰਚਾਰ ਦੇਖੋ ਸਾਡਾ ਦਾਇਰਾ ਬਹੁਤ ਵੱਡਾ ਹੈ।
ਅੱਜ ਵਰਲਡ ਦੇ ਵਿੱਚ ਮੈਂ ਸਮਝਦਾ ਵੀ ਸਭ ਤੋਂ ਵੱਡਾ ਆਬਾਦੀ ਦਾ ਜਿਹੜਾ ਇੱਕ ਹਿੱਸਾ ਹੈ ਉਹ ਸਿੱਖ ਧਰਮ ਦੇ ਵੱਲ ਉਮੀਦ ਦੀ ਨਜ਼ਰ ਨਾਲ ਦੇਖਦਾ ਹੈ, ਉਹ ਆਸ ਦੀ ਨਜ਼ਰ ਨਾਲ ਦੇਖਦਾ। ਜੇ ਆਪਾਂ ਭਾਰਤ ਦੀ ਵੀ ਗੱਲ ਕਰੀਏ ਤੇ ਭਾਰਤ ਦੇ ਹਰ ਸਟੇਟ ਦੇ ਵਿੱਚ ਅੱਜ ਬਹੁਤ ਵੱਡਾ ਇੱਕ ਹਿੱਸਾ ਹੈ ਜਿਹੜਾ ਸਿੱਖੀ ਤੋਂ ਜਾਣੂ ਹੈ, ਸਿੱਖੀ ਪ੍ਰਤੀ ਆਪਣਾ ਪ੍ਰੇਮ ਰੱਖਦਾ ਹੈ। ਅਗਰ ਅਸੀਂ ਉਹਨਾਂ ਤੱਕ ਪਹੁੰਚ ਕਰੀਏ ਤੇ ਮੈਂ ਸਮਝਦਾ ਵੀ ਅਸੀਂ ਜਿਹੜਾ 96 ਕਰੋੜੀ ਖਾਲਸੇ ਦੀ ਗੱਲ ਕਰਦੇ ਆ ਨਾ, ਅਸੀਂ ਉਸ ਟੀਚੇ ਨੂੰ ਬੜੀ ਆਸਾਨੀ ਨਾਲ ਅਚੀਵ ਕਰ ਸਕਦੇ ਹਾਂ। ਤੇ ਮਾਪਿਓ ਨੂੰ ਖਾਸ ਕਰਕੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਦੇ ਮਾਪਿਓ ਨੇ, ਕਿਉਂਕਿ ਵੈਸਟਰਨ ਜਿਹੜਾ ਹੈਗਾ ਕਲਚਰ ਉਹ ਕਾਫੀ ਪ੍ਰਭਾਵਿਤ ਹੋ ਰਿਹਾ। ਹਾਲਾਂਕਿ ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਜਿਸ ਤਰ੍ਹਾਂ ਖਾਲਸਾ ਏਡ ਆ ਜਾਂ ਉਹ ਰਵੀ ਸਿੰਘ ਜੀ ਨੇ ਜਾਂ ਹੋਰ ਕਈ ਐਸੀਆਂ ਸੰਸਥਾਵਾਂ ਨੇ, ਸੱਜਣ ਸਿੰਘ ਜੀ ਨੇ, ਉਹਨਾਂ ਨੇ ਇੱਕ ਬੜਾ ਨਾਮ ਬਣਾਇਆ। ਉਹਦੇ ਕਰਕੇ ਉਹ ਐਗਜ਼ਾਮਪਲ ਨੇ, ਉਹਨਾਂ ਨੂੰ ਜਿੱਦਾਂ ਦੀ ਐਗਜ਼ਾਮਪਲ ਦੇ ਕੇ ਦੱਸਿਆ ਜਾ ਸਕਦਾ, ਉਹ ਤੋਂ ਲੋਕ ਪ੍ਰਭਾਵਿਤ ਹੋ ਸਕਦੇ। ਅੱਜ ਸਾਰੀ ਦੁਨੀਆ ਪ੍ਰਭਾਵਿਤ ਹੈ ਇਹਨਾਂ ਲੋਕਾਂ ਤੋਂ। ਤੇ ਮਾਂ ਪਿਓ ਨੂੰ ਕੀ ਜਿਹੜਾ ਉਹ ਦੱਸਣਾ ਚਾਹੋਗੇ? ਦੇਖੋ, ਮਾਤਾ ਪਿਤਾ ਦੇ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬੱਚੇ ਦੀ ਪਰਵਰਿਸ਼ ਦੇ ਨਾਲ ਨਾਲ ਉਸ ਨੂੰ ਅੱਛੇ ਸੰਸਕਾਰ ਦੇਣ ਦੀ ਵੀ। ਜਿਵੇਂ ਤੁਸੀਂ ਇੰਗਲੈਂਡ ਦੀ ਗੱਲ ਕੀਤੀ ਹੈ, ਮੈਂ ਪਿੱਛੇ ਸਾਊਥ ਹਾਲ, ਗੁਰਦੁਆਰਾ ਸਾਹਿਬ ਡਰਬੀ ਵਗੈਰਾ ਸਾਰੇ ਜਾ ਕੇ ਆਏ ਹਾਂ। ਅਸੀਂ ਉੱਥੇ ਦੇਖਿਆ ਇੰਨੇ ਰੁਝੇਵਿਆਂ ਦੇ ਬਾਵਜੂਦ ਵੀ ਉੱਥੇ ਸੈਚਰਡੇ ਸੰਡੇ ਨੂੰ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਧਾਰਮਿਕ ਗੁਰਮਤ ਦੀਆਂ ਕਲਾਸਾਂ ਲੱਗਦੀਆਂ ਨੇ। ਉਹਨਾਂ ਨੂੰ ਮਿਊਜ਼ਿਕ ਸਿਖਾਇਆ ਜਾਂਦਾ, ਗੁਰਮਤ ਸੰਗੀਤ ਸਿਖਾਇਆ ਜਾਂਦਾ ਹੈ, ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ, ਹੋਰ ਕਈ ਤਰ੍ਹਾਂ ਦੇ ਇਵੈਂਟ ਕਰਵਾਏ ਜਾਂਦੇ ਨੇ, ਜੋ ਕਿ ਸਾਡੇ ਇੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਉਹਦੀ ਸਭ ਤੋਂ ਵੱਡੀ ਮੈਂ ਸਮਝਦਾ ਜੇ ਕੋਈ ਘਾਟ ਹੈ ਤੇ ਅਸੀਂ ਆਪਣੇ ਗੁਰੂ ਘਰਾਂ ਦੇ ਵਜ਼ੀਰਾਂ ਨੂੰ, ਪ੍ਰਚਾਰਕਾਂ ਨੂੰ ਉਸ ਤਰੀਕੇ ਦੇ ਨਾਲ ਅਸੀਂ ਮਿਹਨਤਾਨਾ ਜਿਹੜਾ ਉਹਨਾਂ ਦਾ ਬਣਦਾ ਉਹ ਨਹੀਂ ਦੇ ਸਕਦੇ, ਜਿਹਦੇ ਨਾਲ ਉਹਨਾਂ ਦੇ ਵਿੱਚ ਵੀ ਇੱਕ ਨਿਰਾਸ਼ਤਾ ਰਹਿੰਦੀ ਹੈ। ਉਹ ਆਪਣੇ ਪਰਿਵਾਰਕ ਮਸਲਿਆਂ ਦੇ ਵਿੱਚ ਹੀ ਇੰਨੇ ਉਲਝ ਕੇ ਰਹਿ ਜਾਂਦੇ ਨੇ, ਆਪਣੇ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ, ਉਹਨਾਂ ਦੇ ਦੁੱਖ ਤਕਲੀਫ ਨੂੰ ਲੈ ਕੇ। ਸੋ ਇਸ ਪਾਸੇ ਅਗਰ ਸਾਡੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ ਜਾਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਅਗਰ ਇੱਕ ਟੀਚਾ ਮਿੱਥ ਲੈਣ, ਮੈਂ ਸਮਝਦਾ ਵੀ ਅਗਰ ਇੱਕ ਪ੍ਰਚਾਰਕ ਦੇ ਬੱਚਿਆਂ ਦੀ ਪੜ੍ਹਾਈ ਤੇ ਉਹਦੇ ਸਵਾਸਥ ਦੀ ਜ਼ਿੰਮੇਵਾਰੀ ਹੀ ਸਾਡੀਆਂ ਸੰਸਥਾਵਾਂ ਚੱਕ ਲੈਣ ਨਾ, ਤੇ ਇੱਕ ਪ੍ਰਚਾਰਕ ਜਿਹੜਾ ਉਹ ਫ੍ਰੀ ਮਾਈਂਡ ਹੋ ਕੇ ਆਪਣਾ ਸਾਰਾ ਤਨ ਮਨ ਜਿਹੜਾ ਲਾ ਕੇ ਤੇ ਉਹ ਸਿੱਖੀ ਦਾ ਬੜਾ ਸੁੰਦਰ ਪ੍ਰਚਾਰ ਕਰ ਸਕਦਾ ਹੈ। ਇਹਦੇ ਵਿੱਚ ਸਾਡੀਆਂ ਸੰਸਥਾਵਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ। ਵਿਦੇਸ਼ਾਂ ਦੇ ਵਿੱਚ ਵੀ ਜਦੋਂ ਅਸੀਂ ਜਾਂਦੇ ਹਾਂ, ਦੇਖਦੇ ਹਾਂ, ਤੇ ਉੱਥੇ ਜਿਹੜੇ ਮਤਲਬ ਸਾਡੀਆਂ ਸਿੱਖ ਸੰਸਥਾਵਾਂ ਨੇ ਉਹ ਬਹੁਤ ਸੰਜੀਦਗੀ ਦੇ ਨਾਲ ਇਹਦੇ ਪ੍ਰਤੀ ਜਾਗਰੂਕ ਨੇ, ਜਦੋਂ ਕਿ ਪੰਜਾਬ, ਹਰਿਆਣਾ ਤੇ ਅਦਰ ਸਟੇਟ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੀ ਬਹੁਤ ਘਾਟ ਨਜ਼ਰ ਆਉਂਦੀ ਹੈ। ਅੱਗੇ ਜੀ ਇਹ ਮਿਸ਼ਨ ਜਿਹੜਾ ਗੁਰੂ ਤੇਗ ਬਹਾਦਰ ਬ੍ਰਿਗੇਡ ਹੈ, ਉਹਦਾ ਅੱਗੇ ਮਿਸ਼ਨ ਕਿਸ ਤਰ੍ਹਾਂ ਰਹੇਗਾ, ਕਿਸ ਤਰ੍ਹਾਂ ਚੱਲੇਗਾ ਤੇ ਕੀ ਅੱਗੇ ਇਹਦੇ ਜਿਹੜੇ ਉਪਰਾਲੇ ਰਹਿਣਗੇ? ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਜਿਹੜਾ ਮਕਸਦ ਆ ਜੀ, ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ, ਜਿਹੜਾ ਗੁਰਬਾਣੀ ਸਿਧਾਂਤ ਹੈ, ਉਹਨੂੰ ਆਪਣੇ ਸਿੱਖ ਸਮਾਜ ਤੋਂ ਬਾਹਰ ਉਸ ਦਾਇਰੇ ਵਿੱਚ ਲੈ ਕੇ ਜਾਣਾ ਜ਼ਿਆਦਾ ਮਤਲਬ ਜ਼ਰੂਰੀ ਸਮਝਦਾ ਵੀ ਜਿਹਦੇ ਤੱਕ ਉਹ ਨਹੀਂ ਪਹੁੰਚ ਸਕਿਆ ਜਾਂ ਜਿਨ੍ਹਾਂ ਵਾਸਤੇ ਉਹ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਘਾਟ ਤੇ ਸਾਨੂੰ, ਮੈਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਵੀ ਬਹੁਤ ਹੈ। ਕਿਸ ਤਰ੍ਹਾਂ ਪਛਾਣ ਦਾ ਉਪਰਾਲਾ ਕੀਤਾ ਜਾਏਗਾ? ਉਹਦੇ ਵਾਸਤੇ ਅਸੀਂ ਜਿਸ ਤਰ੍ਹਾਂ ਹੁਣ ਸੋਸ਼ਲ ਮੀਡੀਆ ਤੇ ਸਾਡੇ ਵਿਚਾਰ ਜਿੱਦਾਂ ਆਪ ਜੀ ਦੇ ਮੈਸੇਜ ਰਾਹੀਂ ਦੁਨੀਆ ਤੱਕ ਪਹੁੰਚਦੇ ਨੇ, ਉਹ ਸਾਡੇ ਨਾਲ ਕੰਟੈਕਟ ਕਰਦੇ ਨੇ ਤੇ ਅਸੀਂ ਉੱਥੇ ਜਾ ਕੇ ਉਹਨਾਂ ਨਾਲ ਮੀਟਿੰਗ ਕਰਦੇ ਹਾਂ, ਉਹਨਾਂ ਨਾਲ ਸਮਾਗਮ ਛੋਟੇ ਮੋਟੇ, ਜਿਵੇਂ ਹੁਣ ਤੇ ਚਲੋ ਕੋਵਿਡ ਕਰਕੇ ਸਾਨੂੰ ਥੋੜ੍ਹੀਆਂ ਦਿੱਕਤਾਂ ਆ ਰਹੀਆਂ ਨੇ, ਲੇਕਿਨ ਅੱਗੇ ਚੱਲ ਕੇ ਸਾਡਾ ਇਹ ਮਤਲਬ ਮਕਸਦ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਮੌਕਾ ਮਿਲੇ ਸੁਸਾਇਟੀਆਂ ਬਣਾ ਕੇ ਤੇ ਜਿਹੜੇ ਉਹਨਾਂ ਦੇ ਕੁਐਸਚਨ ਨੇ ਉਹਨਾਂ ਦਾ ਜਵਾਬ ਦਿੱਤਾ ਜਾਏ, ਜਿਹੜੇ ਉਹਨਾਂ ਦੇ ਭਰਮ ਨੇ ਗੁਰਮਤ ਸਿਧਾਂਤ ਨੂੰ ਲੈ ਕੇ, ਜਿਵੇਂ ਕਈ ਸ਼ਬਦ ਐਸੇ ਨੇ, ਕਈ ਸਿਧਾਂਤ ਐਸੇ ਨੇ ਜਿਨ੍ਹਾਂ ਨੂੰ ਲੈ ਕੇ ਦੁਨੀਆ ਦੇ ਵਿੱਚ ਅਜੇ ਭਰਮ ਪੈਦਾ ਖੜਾ ਹੋਇਆ ਹੈ। ਸੋ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਨਾ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਵੇਂ ਗੁਰੂ ਸਾਹਿਬ ਜੀ ਨੂੰ ਚੰਗਾ ਲੱਗੇਗਾ ਉਸ ਤਰ੍ਹਾਂ ਅਸੀਂ ਕਰਦੇ ਰਵਾਂਗੇ।